ਅਸੀਂ ਮੌਜੂਦ ਹੈਗੇ ਆ ਔਰ ਅੱਜ ਜਿਹੜੀ ਕੋਕਰੋਚ ਜਨਤਾ ਪਾਰਟੀ ਦੇ ਵੱਲੋਂ ਕੋਲ ਦਿੱਤੀ ਗਈ ਸੀ ਉਸ ਦਾ ਤੁਹਾਨੂੰ ਨਜ਼ਾਰਾ ਦਿਖਾ ਦਿੰਦੇ ਆ। ਸਭ ਤੋਂ ਪਹਿਲਾਂ ਆਸੇ-ਪਾਸੇ ਤੁਸੀਂ ਜਿੰਨੇ ਵੀ ਵੇਖੋਗੇ ਕੋਕਰੋਚ ਪਾਰਟੀ ਜਨਤਾ ਦੇ ਸਮਰਥਨ ਜੋ ਕਿ ਸਮਰਥਕ ਨੇ ਇੱਥੇ ਪਹੁੰਚ ਚੁੱਕੇ ਨੇ। ਤੁਸੀਂ ਵੇਖ ਪਾ ਰਹੇ ਹੋਗੇ ਤਾਂ ਇੱਥੇ ਜੋ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ, ਮੰਗ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਕਿ ਧਰਮਿੰਦਰ ਪ੍ਰਧਾਨ ਜੋ ਕਿ ਐਜੂਕੇਸ਼ਨ ਮਿਨਿਸਟਰ ਨੇ ਉਹ ਰਿਜ਼ਾਈਨ ਦੇਣ। ਇਸ ਨੂੰ ਲੈ ਕੇ ਜਿਹੜਾ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਸਮਰਥਕ ਆਏ ਨੇ ਉਹਨਾਂ ਦੇ ਨਾਲ ਕਿ ਅਸਲ ਦੇ ਵਿੱਚ ਕੀ ਕੁਝ ਕਹਿਣਾ ਚਾਹੁੰਦੇ ਨੇ, ਕੀ ਮੁੱਦੇ ਨੇ ਤੇ ਕਿਉਂ ਚਾਹੁੰਦੇ ਨੇ ਕਿ ਧਰਮਿੰਦਰ ਪ੍ਰਧਾਨ ਜਿਹੜੇ ਹੈਗੇ ਨੇ ਰਿਜ਼ਾਈਨ ਦੇਣ। ਤਾਂ ਪ੍ਰੋਟੈਸਟ ਤੁਸੀਂ ਪਹਿਲਾਂ ਇੱਕ ਵਾਰੀ ਫੇਰ ਤੋਂ ਤਸਵੀਰਾਂ ਦੇਖੋ ਕਿ ਕਿਵੇਂ ਤਰ੍ਹਾਂ ਇੱਥੇ ਡਫਲੀ ਵਜਾ ਕੇ जो कोकरोच जनता पार्टी के वालों प्रोटेस्ट किया जा रहा है। भाई कहाँ से आए हो आप? मैं दिल्ली करोल बाग से हूँ। दिल्ली करोल बाग से। आप भी स्टूडेंट हो क्या? यस यस। क्यों प्रोटेस्ट कर रहे हो, क्या मांग क्या है? मांग हमारी यही है कि धर्मेंद्र प्रधान जी का इस्तीफा चाहिए। सबसे पहली बात ये है क्योंकि इनके राज में क्या क्या नहीं हुआ। बीजेपी ने पूरा भ्रष्ट कर रखा है। जब देखो जब ही आदमी जाता है पेपर देने, बच्चा दे के स्टूडेंट हम जाते हैं पेपर देने, पेपर लीक हो जाता है। कोई भी मतलब किसी भी एसएससी का उठा लो या किसी जॉब का उठा लो, ये सारा पेपर तुरंत लीक कर देते हैं तुरंत, और फिर उसके बाद कहते हैं हमने कुछ नहीं किया, आगे से हो गया। आगे से थोड़ी ना होता है। पता है कितनी कंसिस्टेंसी रखनी पड़ती है उसमें। नीट का पेपर देने के पता है कितनी कंसिस्टेंसी रखनी पड़ती है। डेली के 12 से 14 घंटे डिसिप्लिन रखना पड़ता है, कंसिस्टेंसी रखनी पड़ती है। पूरा मई से जो बैच स्टार्ट होता है, मई से जो पढ़ना स्टार्ट करता है पूरा अप्रैल तक पढ़ते हैं। फिर लास्ट एट द मोमेंट में 3 पेपर होता है। मई के फर्स्ट संडे को देने जाते हैं, पता चलता है लीक हो गया। आप भी छात्र हो, आपने पेपर दिया है? मैंने दिया है छात्र, तभी तो बता रहा हूँ। 11 मई को खबर मिलती है, कंफर्म करता है एनटीए कि हम दोबारा करा देंगे, पेपर हमारा लीक हो गया। चलो ठीक है, आप दोबारा करा रहे हो, एक बार हर किसी से गलती हो जाती है, आपसे भी होगी, मानते हैं। फिर आप हमें ये बताइए, सीबीएसई का भी तो पेपर लीक हो गया, सीयूट का भी तो हो गया, एसएससी जीडी का भी तो। 1 महीने में 4 गलतियाँ, और वो भी एनटीए ही कंडक्ट कराती है, सीयूट और नीट दोनों। तो कहीं ना कहीं मुझे लगता है कि जो एजुकेशन मिनिस्टर हैं, अगर उन पे वो पद नहीं संभल रहा तो उनको इस्तीफा देना चाहिए। और मैं यही मांग करने यहाँ आया हूँ। मैं आया हूँ आगरा से आके, फिरोजाबाद यूपी 83। ठीक है, थैंक यू। ਤਾਂ ਤੁਸੀਂ ਵੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਜੋ ਪ੍ਰੋਟੈਸਟ ਦੀ ਜਿਹੜੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਹੋਰਾਂ ਲੋਕਾਂ ਦੇ ਨਾਲ ਵੀ ਕੀ ਕੁਝ ਕਹਿਣਾ ਚਾਹੁੰਦੇ ਨੇ। ਬਾਈ ਕਿੱਥੋਂ ਆਏ ਹੋ ਤੁਸੀਂ? ਮੈਂ ਰਾਮਪੁਰੋਂ ਆਇਆ ਵੀਰੇ, ਯੂਪੀ ਤੋਂ। ਯੂਪੀ ਤੋਂ। ਤੇ ਮੈਂ ਪੰਜਾਬੀ ਮੁੰਡਾ ਹੁਣ ਦੇਖਿਆ, ਕਿਉਂ ਜੁੜੇ ਹੋ ਤੁਸੀਂ ਇਹ ਮੁਹਿੰਮ ਦੇ ਨਾਲ? ਦੇਖੋ ਜੀ, ਜਿਵੇਂ ਪ੍ਰੋਟੈਸਟ ਇਹ ਮੈਂ ਤਾਂ ਜੁੜਿਆ ਵਾਂ ਕਿ ਜਿਵੇਂ ਪੇਪਰ ਉਸ ਪੇਪਰ ਕਰਕੇ ਜਿਹੜੇ ਸਾਡੇ ਭਰਾ ਆਤਮਹੱਤਿਆ ਕਰਦੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਜਿਹੜਾ ਰਾਜਨ ਮੰਗਣ ਪ੍ਰਧਾਨ ਜਿਹੜਾ ਵਾ ਮੰਤਰੀ ਆ, ਜਿਹੜਾ ਸਿੱਖਿਆ ਮੰਤਰੀ ਉਹਦਾ, ਤਾਂ ਕਰਕੇ ਮੈਂ ਜੁੜਿਆ ਜੀ। ਤੁਸੀਂ ਪੇਪਰ ਦਿੱਤਾ ਵਾ ਇਹ ਨੀਟ ਦਾ ਪੇਪਰ? ਨਹੀਂ ਜੀ, ਮੈਂ ਬੀਏ ਦਾ ਸਟੂਡੈਂਟ ਹਾਂ ਜੀ। ਅੱਛਾ, ਹਾਂਜੀ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ ਸੀਬੀਆਈ ਕਾਰਵਾਈ ਵੀ ਕਰ ਰਹੀ ਹੈ, ਉਹ ਫੜ ਵੀ ਰਹੀ ਹੈ, ਰੈਜ਼ਿਗਨੇਸ਼ਨ ਇਹ ਇੱਕ ਵਾਰ ਹੋ ਜੇ ਫਿਰ ਕਾਰਵਾਈ ਕਰੇ ਫਿਰ ਸਮਝ ਆਉਂਦਾ, ਲੇਕਿਨ ਜਦੋਂ ਬਾਰ-ਬਾਰ ਕਾਰਵਾਈ ਵੀ ਕਰਦੇ ਰਹੋ ਤੁਸੀਂ, ਉਹਦਾ ਕੋਈ ਪੱਕਾ ਹੱਲ ਵੀ ਨਾ ਨਿਕਲੇ, ਇਹਦਾ ਮਤਲਬ ਤੁਸੀਂ ਉਸ ਦੀ ਚੀਜ਼ ਦੇ ਕਾਬਲ ਨਹੀਂ ਹੋ। ਜੇ ਤੁਸੀਂ ਕਾਬਲ ਨਹੀਂ ਹੋ ਤਾਂ ਤੁਸੀਂ ਆਪਣਾ ਅਸਤੀਫਾ ਦੇ ਕੇ ਆਪਣੇ ਘਰੇ ਬੈਠੋ। ਜੇ ਕੋਈ ਕਾਬਲ ਬੰਦਾ ਆਊਗਾ ਤੇ ਉਹ ਬਹਿ ਕੇ ਸਾਰਾ ਹੱਲ ਕਰ ਦੂਗਾ ਇਸ ਚੀਜ਼ ਦਾ। ਬਈ ਇੱਕ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਕਿ ਜਿਹੜਾ ਅਭਿਸ਼ੇਕ ਦਿਪਕੇ ਹੈ, ਜਿਹੜਾ ਫਾਊਂਡਰ ਹੈ, ਉਹਦੇ ਜਿਹੜੇ ਲਿੰਕ ਨੇ ਉਹ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਕੰਮ ਕਰਦੇ ਹੋ। ਤੁਸੀਂ ਕਿਵੇਂ ਵੇਖਦੇ ਹੋ ਜਿਹੜੀ ਮੁਹਿੰਮ ਨਾਲ ਤੁਸੀਂ ਜੁੜੇ ਹੋ ਵੀ ਟੈਂਟਡ ਕਿਤੇ ਨਾ ਕਿਤੇ? ਯਾਰ ਫੋਟੋਆਂ ਦੀ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਮੇਰੀ ਵੀ, ਜੇ ਕੋਈ ਬੀਜੇਪੀ ਦੇ ਮਿੱਤਰ ਯਾਰ ਹੋਣਗੇ ਮੇਰੀਆਂ ਵੀ ਉਹਨਾਂ ਦੇ ਨਾਲ ਫੋਟੋਆਂ, ਜੇ ਫੋਟੋਆਂ ਨਾਲ ਆਪਾਂ ਜੱਜ ਕਰਨ ਲੱਗ ਜਾਈਏ ਤੇ ਫਿਰ ਤਾਂ ਬੜੀ ਗਲਤ ਗੱਲ ਹੋ ਜੂਗੀ ਇਹ। ਜੇ ਐਵੇਂ ਵੇਖਿਆ ਜਾਵੇ ਰਾਹੁਲ ਗਾਂਧੀ ਦੀਆਂ ਵੀ ਫੋਟੋਆਂ, ਫਿਰ ਐਵੇਂ ਬੀਜੇਪੀ ਦੇ ਬੰਦਿਆਂ ਨਾਲ ਬਥੇਰਿਆਂ ਨਾਲ, ਐਵੇਂ ਤਾਂ ਆਪਾਂ ਫੋਟੋਆਂ ਨਾਲ ਜੱਜ ਨਹੀਂ ਕਰ ਸਕਦੇ। ਮੇਰੀਆਂ ਵੀ ਬਥੇਰਿਆਂ ਬੀਜੇਪੀ ਦੇ ਬੰਦਿਆਂ ਨਾਲ ਫੋਟੋਆਂ ਆਏ, ਤਾਂ ਮਤਲਬ ਮੈਂ ਬੀਜੇਪੀ ਨਾਲ ਨਹੀਂ ਜੁੜਿਆ ਹੋਇਆ। ਫੋਟੋ ਹੁਣ ਮੈਂ ਇੱਥੇ ਤੁਹਾਡੇ ਨਾਲ ਫੋਟੋ ਖਿਚਾ ਲਈ, ਖਿੱਚੀ ਗਈ ਆਪਣੀ ਫੋਟੋ। ਹੁਣ ਮੰਨ ਲਓ ਮੈਂ ਕੋਈ ਕੱਲ੍ਹ ਨੂੰ ਕੋਈ ਗਲਤ ਜਾਂ ਕੁਝ ਕਰਦਾ ਤੇ ਇਹਦਾ ਮਤਲਬ ਇਹ ਥੋੜੀ ਤੁਸੀਂ ਵੀ ਹਾਂਜੀ ਡਟ ਕੇ ਮੰਗ ਕਰਦੇ ਹੋ ਕਿ ਰੈਜ਼ਿਗਨੇਸ਼ਨ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ। ਇੰਨੇ ਮੁੰਡਿਆਂ ਦੀ ਹੱਤਿਆਵਾਂ ਹੋ ਗਈਆਂ, ਹੱਤਿਆ ਦਾ ਮੁਕੱਦਮਾ ਵੀ ਦਰਜ ਹੋਣਾ ਚਾਹੀਦਾ ਇਹਨਾਂ ਦੇ, ਜਿਹਨਾਂ ਦੇ ਚੱਲ ਗਿਆ ਘਰੋਂ। ਉਹਨਾਂ ਨੇ ਦਿੱਤੀ ਕਿ ਬਾਈ ਨਹੀਂ ਮੈਂ ਆਪਣਾ ਐਗਜ਼ਾਮ ਕਲੀਅਰ ਕਰਕੇ ਕਿ ਚੰਗੇ ਥਾਂ ਨੌਕਰੀ ਮਿਲੂਗੀ, ਚੰਗੇ ਥਾਂ ਐਡਮਿਸ਼ਨ ਮਿਲੂਗਾ, ਮੈਨੂੰ ਮੈਂ ਆਪਣੇ ਘਰਦਿਆਂ ਦੇ ਸੁਪਨੇ ਪੂਰੇ ਕਰ ਸਕੂੰਗਾ। ਪਰ ਜੇ ਉਹ ਐਗਜ਼ਾਮ ਹੀ ਲੀਕ ਹੋ ਜਾਂਦਾ, ਉਹਦੇ ਸਾਰੇ ਅਰਮਾਨ ਟੁੱਟ ਜਾਂਦੇ ਆ, ਫਿਰ ਉਹ ਜਿਹੜਾ ਕਿ ਡਿਪਰੈਸ਼ਨ 'ਚ ਆ ਕੇ ਸੁਸਾਈਡ ਕਰ ਜਾਂਦਾ। ਧੰਨਵਾਦ ਬਾਈ ਤੁਸੀਂ। ਤਾਂ ਇੱਥੇ ਜਿਵੇਂ ਕਿ ਨੌਜਵਾਨ ਨਾਲ ਬਜ਼ੁਰਗ ਵੀ ਨੇ। ਅੰਕਲ ਆਪ ਬੜਾ
ये तो जेंजी का प्रोटेस्ट कहा जा रहा था, आप तो पूरे कोकरोच बन के आए हो। मैं छत्तीसगढ़ रायपुर से आया हूँ, खास करके ये छात्रों के समर्थन के लिए। ये जो बार बार पेपर लीक हो रहा है, इसी की वजह से मैं आया हूँ। अंकल क्या लगता है कि जेंजी का प्रोटेस्ट कोई क्रांति ला पाएगा? लाएगा, धीरे से लाएगा, आज नहीं तो कल आएगी। इसके पहले भी आप लोगों ने देखा होगा, एक फर्जी आंदोलन हुआ था अन्ना हजारे का, उससे एक सरकार बदल गई और उसके बाद उससे भी भ्रष्ट सरकार आ गई। तो इस आंदोलन से फर्क पड़ेगा। तो आपने जैसे बोला भ्रष्ट सरकार, आप आम आदमी पार्टी को इशारा कर रहे हो, लेकिन ये लोग जो जुड़े इनके साथ, अगर ये पॉलिटिकल हो जाएंगे आम आदमी पार्टी की तरह, फिर कैसे चलेगा? अब छात्रों का समर्थन तो करना पड़ेगा जी क्योंकि छात्रों की परेशानी इस देश की परेशानी है। सर, आपके बच्चों ने दिया कोई एग्जाम जो आप खास तौर पे? हाँ, हमारे बच्चों ने कई ठोक एग्जाम दिया है, लेकिन आज सरकारी नौकरी का कोई चांस ही नहीं है। थैंक यू अंकल। ਤਾਂ ਤਸਵੀਰਾਂ ਇੱਕ ਵਾਰੀ ਤੁਹਾਨੂੰ ਫੇਰ ਤੋਂ ਵਿਖਾਉਣੇ ਆ। एक बारी मैं बैनर दिखावांगा सारे पढ़ के। 7 साल में 70 से अधिक पेपर लीक, नीट से CUET सिस्टम फेल है। और तुम देख पाओगे हम न्याय चाहिए, चुप्पी नहीं। महात्मा गांधी दी तस्वीरां, प्रधानमंत्री मोदी दी तस्वीरां, धर्मेंद्र प्रधान जिम्मेदार कौन, एक ही नाम धर्मेंद्र प्रधान। ਤਾਂ ਇਹ ਇੱਕ ਜਥੇਬੰਦੀ AISA ਜਿਨ੍ਹਾਂ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਤਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇੱਥੇ ਲੋਕ ਨੇ ਇੱਥੇ ਪਹੁੰਚੇ ਨੇ ਸਮਰਥਨ ਦੇਣ। ਇੱਥੇ ਹੋਰ ਵੀ ਲੋਕ ਨੇ, ਉਹਨਾਂ ਨੂੰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਖਾਸ ਤੌਰ ਤੇ ਤੁਸੀਂ ਵੇਖੋਗੇ ਤਾਂ ਕਿੰਨੇ ਲੋਕ ਜਿਹੜੇ ਇੱਥੇ ਜਨਤਾ ਪਾਰਟੀ ਨੂੰ ਦੇ ਜਿਹੜੇ ਕਿ ਕੋਕਰੋਚ ਜਨਤਾ ਪਾਰਟੀ ਦੇ ਨਾਲ ਪਹੁੰਚੇ ਨੇ। ਬਈ ਕੀ ਨਾਮ ਹੈ ਤੁਹਾਡਾ? ਲਵਪ੍ਰੀਤ ਸਿੰਘ ਹੈ ਜੀ। ਕਿੱਥੋਂ ਆਏ ਹੋ? ਮੈਂ ਵੈਸੇ ਪੰਜਾਬ ਤੋਂ, ਇੱਥੇ ਦਿੱਲੀ ਯੂਨੀਵਰਸਿਟੀ 'ਚ ਮੈਂ PhD ਕਰ ਰਿਹਾ ਜੀ। ਅੱਛਾ ਬਈ, ਕਿਉਂ ਆਏ ਹੋ ਇਸ ਪਾਰਟੀ ਦੇ ਨਾਲ, ਕਿਉਂ ਜੁੜੇ ਹੋ? ਕਿਉਂਕਿ ਸਾਨੂੰ ਲੱਗਦਾ ਕਿ ਅੱਜ ਦੇ ਵਿੱਚ ਦੇਸ਼ ਦੇ ਨੌਜਵਾਨਾਂ ਦੇ ਵਿੱਚ ਇੱਕ ਬੇਭਰੋਸਗੀ ਦਾ ਮਾਹੌਲ ਹੈ। ਕਿਉਂਕਿ ਜਦੋਂ ਵੀ ਕੋਈ ਪੇਪਰ ਲੀਕ ਹੁੰਦਾ ਤਾਂ ਸਿਰਫ ਪੇਪਰ ਨਹੀਂ ਲੀਕ ਹੁੰਦਾ, ਦੇਸ਼ ਦੇ ਨੌਜਵਾਨਾਂ ਦਾ ਭਰੋਸਾ ਲੀਕ ਹੁੰਦਾ। ਪਰ ਇਹ ਸਰਕਾਰ ਦੀ ਰਵਾਇਤ ਹੀ ਬਣ ਗਈ ਹੈ ਕਿ ਹਰ ਪਹਿਲਾਂ ਤਾਂ ਪੇਪਰ, ਕੋਈ ਭਰਤੀ ਨਹੀਂ ਆਊਗੀ, ਸਰਕਾਰੀ ਭਰਤੀ ਆਊਗੀ ਤਾਂ ਪੇਪਰ ਲੀਕ ਹੋ ਜਾਊਗਾ, ਫਿਰ ਉਹ 'ਚ ਹੋਰ ਕਿਸੇ ਕਿਸਮ ਦਾ ਕਰਪਸ਼ਨ ਹੋ ਜਾਊਗਾ। ਔਰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਇੰਨੇ ਕਰੋੜ ਰੁਜ਼ਗਾਰ ਦੇਵਾਂਗੇ, ਉਹਦਾ ਕਿਤੇ ਵੀ ਥੋ ਪਤਾ ਨਹੀਂ ਹੈ। ਔਰ ਲਗਾਤਾਰ ਮਤਲਬ ਵੱਡੇ ਵੱਡੇ ਕਰਪਸ਼ਨ ਹੋ ਰਹੇ ਆ। ਔਰ ਨੌਜਵਾਨ ਜੇ ਇਸ ਗੱਲ ਦੇ ਪ੍ਰਤੀ ਵਿਰੋਧ ਦਰਜ ਕਰਾਉਂਦੇ ਆ, ਆਪਦਾ ਸ਼ਾਂਤੀਪੂਰਕ ਪ੍ਰਦਰਸ਼ਨ ਕਰਦੇ ਆ, ਤਾਂ ਉਹਨਾਂ ਨੂੰ ਇਹ ਕਹਿ ਕੇ ਚੜਾਇਆ ਜਾਂਦਾ, ਉਹਨਾਂ ਦਾ ਮਜ਼ਾਕ ਬਣਾਇਆ ਜਾਂਦਾ ਕਿ ਤੁਸੀਂ ਕਾਕਰੋਚ ਹੋ। ਤਾਂ ਫਿਰ ਨੌਜਵਾਨਾਂ ਨੇ ਤੈਅ ਕਰ ਲਿਆ ਕਿ ਜੇ ਤੁਹਾਨੂੰ ਲੱਗਦਾ ਕਿ ਅਸੀਂ ਕਾਕਰੋਚ ਆ ਤਾਂ ਉਹ ਫਿਰ ਅਸੀਂ ਹੈਗੇ ਆ। ਤਾਂ ਉਹਨਾਂ ਨੇ ਜਿਹੜਾ ਇੱਕ ਬੇਇੱਜ਼ਤੀ ਕਰਨ ਲਈ ਜਿਹੜਾ ਇੱਕ ਸ਼ਬਦ ਵਰਤਿਆ ਸੀ ਉਹਨਾਂ ਨੇ ਆਪਦੇ ਜਾਣੀ ਨੌਜਵਾਨਾਂ ਨੂੰ, ਤਾਂ ਨੌਜਵਾਨਾਂ ਨੇ ਉਸ ਗੱਲ ਨੂੰ ਛਾਤੀ ਤੇ ਤਮਗਾ ਬਣਾ ਕੇ ਸਜਾ ਲਿਆ ਹੈ ਕਿ ਆਹੋ ਅਸੀਂ ਹੈਗੇ ਆ ਕਾਕਰੋਚ। ਤੇ ਹੁਣ ਜਿਹੜੇ, ਕਿਉਂਕਿ ਤੁਸੀਂ ਇਸ ਦੇਸ਼ ਨੂੰ ਗਟਰ ਬਣਾਤਾ, ਗੰਦਗੀ ਪੈਦਾ ਕਰਤੀ ਹੈ, ਤੇ ਇਹਦੇ ਵਿੱਚ ਕਾਕਰੋਚ ਪੈਦਾ ਹੋਣਗੇ ਹੀ। ਔਰ ਇਸ ਲਈ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਤੁਹਾਨੂੰ ਸਿੱਖਿਆ ਮੰਤਰੀ ਅਸਤੀਫਾ ਦੇਵੇ, ਕਿਉਂਕਿ ਉਹ ਇਸ ਗੱਦੀ ਤੇ ਬਹਿਣ ਦੇ ਯੋਗ ਨਹੀਂ ਹੈ। ਔਰ ਤੁਸੀਂ ਇਸ ਦੇਸ਼ ਦੀਆਂ ਐਜੂਕੇਸ਼ਨ ਸੰਸਥਾਵਾਂ ਦਾ ਹਾਲ ਦੇਖੋ, ਔਰ ਦੁਨੀਆ ਭਰ ਦੀਆਂ ਪਹਿਲੀਆਂ 100 ਸੰਸਥਾਵਾਂ ਦੇ ਵਿੱਚ ਅਸੀਂ ਕਿਤੇ ਨਹੀਂ ਟਿਕ ਪਾ ਰਹੇ। ਔਰ ਸਾਰੀਆਂ ਸੰਸਥਾਵਾਂ ਦੇ ਵਿੱਚ ਖਾਸ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੇ ਲਈ ਜਿਸ ਤਰ੍ਹਾਂ ਉਹਨਾਂ ਦਾ ਜਲੂਸ ਕੱਢਿਆ ਜਾ ਰਿਹਾ, ਜਿਸ ਤਰ੍ਹਾਂ ਦੇ ਨਾਲ ਨਖਿੱਧ ਲੋਕ ਉਹਦੇ ਵਿੱਚ ਲਾਏ ਜਾ ਰਹੇ ਨੇ, ਔਰ ਭਰਤੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਕਰਪਸ਼ਨ ਹੋ ਰਿਹਾ, ਉਸ ਕਰਕੇ ਨੌਜਵਾਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਬੇਭਰੋਸਗੀ ਦਾ, ਬਹੁਤ ਜ਼ਿਆਦਾ ਗੁੱਸੇ ਦਾ ਮਾਹੌਲ ਹੈ। ਤੇ ਜਿਹਦੇ ਕਰਕੇ ਨੌਜਵਾਨਾਂ ਦੇ ਵਿੱਚ ਇਹ ਲਹਿਰ ਉੱਠ ਰਹੀ ਹੈ। ਤੇ ਮੈਨੂੰ ਲੱਗਦਾ ਕਿ ਦੇਸ਼ ਭਰ ਤੋਂ ਵੱਡੀ ਗਿਣਤੀ ਤੁਸੀਂ ਦੇਖ ਰਹੇ ਹੋ ਕਿ ਅੱਜ ਦਿੱਲੀ 'ਚ ਨੌਜਵਾਨ ਪਹੁੰਚੇ ਨੇ ਤੇ ਅਸੀਂ ਇਹਦੇ ਸਮਰਥਨ 'ਚ ਆਏ ਹਾਂ। ਬਈ ਕੀ ਨਾਮ ਹੈ ਤੁਹਾਡਾ? ਬਈ ਅੱਛਾ, ਤਾਂ ਇਹ ਖਾਸ ਤੌਰ ਤੇ ਪੰਜਾਬ ਦੇ ਮੁੰਡੇ ਨੇ, ਵੈਸੇ ਦਿੱਲੀ ਦੇ ਵਿੱਚ ਪੜ੍ਹਦੇ ਹੈਗੇ ਆ, ਜਿਹੜੇ ਕਿ ਇੱਥੇ ਖਾਸ ਤੌਰ ਤੇ ਹਿੱਸਾ ਲੈਣ ਆਏ ਆ ਪ੍ਰੋਟੈਸਟ ਦੇ ਵਿੱਚ। ਤਾਂ ਇਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਜਿਹੜਾ ਬੇਭਰੋਸਗੀ ਦਾ ਜਿਹੜਾ ਮਾਹੌਲ ਹੈ, ਜਿਸ ਕਰਕੇ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਇੱਥੇ ਲੋਕ ਆਏ ਨੇ, ਤਾਂ ਇਹਦੇ ਤੁਸੀਂ ਵੇਖ ਪਾ ਰਹੇ ਹੋਗੇ ਹੋਰ ਵੀ ਕਾਫੀ ਲੋਕ ਜਿਹੜੇ ਇੱਥੇ ਖਾਸ ਤੌਰ ਤੇ ਪਹੁੰਚੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਹੈ ਲੋਕਾਂ ਦਾ। मैम आप किधर से आए हो? हाँ जी, कि कहाँ से आए हो आप? मैं तो नोएडा से आई हूँ, मैं स्टूडेंट हूँ, DU से पास आउट हूँ। अच्छा, पास आउट हो। तो आप क्यों इस पार्टी के साथ जुड़े हो, क्या डिमांड कर रहे हो? पहली बात तो मैं इस आंदोलन में आई हूँ, तो मेरा मेन मोटिव ये है यहाँ आने का कि एजुकेशन सिस्टम में मैं चाहती हूँ रिफॉर्म आए, जो कि बहुत ज़्यादा ज़रूरी है। क्योंकि अभी करंटली पेपर लीक्स कई बार हो चुके हैं। सो आई एम ऑल्सो स्टूडेंट। मैंने भी जो है CUET का पेपर दिया था 2022 में। इस साल भी CUET के पेपर में कुछ जो है दिक्कत आई है बच्चों को, और पेपर लीक तो हो ही चुका है नीट का। 26 में हुआ है, 24 में हुआ था, और 2016 में भी कई बार हो चुका है। तो मेरा मेन जो है यहाँ आने
एज अ स्टूडेंट आई वांट चेंज इन एजुकेशन सिस्टम एंड पेपर लीक्स शुड बी स्टॉप्ड। तो सीबीआई जांच कर रही है मैडम, उन्होंने पकड़े हैं, कई लोग पकड़े हैं, तो लगता नहीं कि वो एडमिनिस्ट्रेशन अपनी कार्रवाई कर रही है, फिर ये आंदोलन क्यों? सीबीआई तो वैसे जांच कर ही रही है, लेकिन आंदोलन की मुझे लगता है सबसे ज़्यादा ज़रूरत थी, क्योंकि एज अ आंदोलन हम लोग ये चाहते हैं, स्टूडेंट्स ये चाहता है कि धर्मेंद्र प्रधान जी को रिज़ाइन करना चाहिए। तो आंदोलन की सबसे ज़्यादा ज़रूरत है, क्योंकि बिना आंदोलन के कुछ नहीं होगा। क्योंकि 2020 में भी जैसे फार्मर्स का आंदोलन था, रेसलर प्रोटेस्ट हुआ था 2023 में, तो आंदोलन के बाद ही जो है वो चीज़ें हुई हैं। तो बिना आंदोलन के तो मुझे नहीं लगता सिर्फ ऐसे बोलने से कुछ चेंज आ रहा है देश में। तो आंदोलन तो ज़रूरी होता ही है कोई भी देश में चेंज लाने के लिए। तो और भी लोग ने उन्होंने गलत, भाई साहब कहाँ से आए हो आप? हम हरियाणा से हैं। हरियाणा। किस लिए आए हो आप यहाँ पे? हम आए हैं आज जो अभिजीत भाई के द्वारा कॉकरोच जनता पार्टी के द्वारा एक युवाओं को, जिनको सरकार ने कॉकरोच बता दिया, जो अपने हक अधिकार की लड़ाई लड़ रहे हैं, उस चीज़ के लिए आज हम यहाँ पर इकट्ठे हुए हैं। तो क्या लगता है सीबीआई जांच कर रही है, फिर भी प्रदर्शन किया जा रहा है? नहीं, सीबीआई जांच कहाँ कर रही है, किसको पता है? इस चीज़ का क्या भरोसा सीबीआई जांच कर रही है नहीं कर रही है? ये सब कुछ सारी एजेंसियां इनके हाथ की हैं, इनका कुछ कोई भरोसा नहीं है। क्या जांच कर रही है, क्या जांच नहीं कर रही है, किसी चीज़ के ऊपर भरोसा नहीं किया। सारी एजेंसियां नहीं की, सरकार की अपनी एजेंसियां हैं। जांचें होती हैं, कागजों में जांच होती है, ग्राउंड पर किसी को कुछ पता नहीं चलता कि जांच किस चीज़ की करनी है। आपको पेपर लीक हो चुका है, जिसने किया उसका नाम पता चल चुका है, किस चीज़ की जांच चल रही है, आखिर में वो जांच बताए, वो जांच है किस चीज़ की जिसकी आप जांच कर रहे हो? जांच करने के लिए बचा क्या है आपके पास? ये युवा जो यहाँ पर घूम रहा है, जो विद्यार्थी छात्र जो यहाँ पर, ये कॉकरोच जो यहाँ पर घूम रहे हैं, ये चिल्ला चिल्ला कर कह रहे हैं कि पेपर लीक हुआ है। आपने भी माना है पेपर लीक हुआ है, आपने सेक्रेटरी को और चीफ सेक्रेटरी को ट्रांसफर भी किया है, लेकिन आप फिर भी किस चीज की जांच कर रहे हो? आप जांच कर किस चीज की? आप उस चीज की बताओ, जांच है किस चीज की आखिर? ये फाइलों में जांच की जाती है, पब्लिक को गुमराह किया जाता है, युवा को पागल बनाया जाता है इस तरीके के डोंगटा कुचलों से। किसी चीज की जांच नहीं होती यहाँ पर। सोल्यूशन क्या होगा इस मूवमेंट से? क्या होगा मूवमेंट से? क्या होगा, जब जब हमारी ये जंतर मंतर से जो आवाज उठेगी, वो संसद के गलियारों तक गूंजेगी। धर्मेंद्र प्रधान को इस्तीफा देना होगा, ये सिस्टम पारदर्शी बनाना होगा। आगे से किसी भी छात्र के साथ, किसी भी विद्यार्थी के साथ किसी भी तरीके की कोई भी जाति बर्दाश्त नहीं की जाएगी। युवाओं को जिस तरीके से ये ईमानदार युवा अगर कोई काम करता है, सरकार के खिलाफ आवाज उठाता है, ये हिंदू मुस्लिम की राजनीति करते हैं, ना कि विकास की राजनीति करते हैं, ना कि पढ़ाई की बात करते हैं, शिक्षा रोजगार की बात नहीं करते हैं। ये हिंदू मुस्लिम की बात करते हैं, इन चीजों से हट करके। और युवा इस आंदोलन से एक जागृति लेकर के आएगा समाज के अंदर कि हमें शिक्षा की और रोजगार की जरूरत है, ना कि हमें हिंदू मुस्लिम की जरूरत है। ये इस आंदोलन का फर्क होगा। थैंक यू भाई साहब। तो आक्रोश जो युवाओं में खास तौर पे काफ़ी है कि अस्तीफा, जो बार बार गल कही जाती है कि अस्तीफा तो देना ही पएगा। ਜਿਹੜੇ ਅੰਦੋਲਨ ਇੱਥੇ ਸ਼ੁਰੂ ਹੋਇਆ ਬਾਈ ਜੀ, ਤੁਸੀਂ ਇੱਥੇ ਪਹੁੰਚੇ ਹੋ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਰਨਵੀਰ ਸਿੰਘ ਭਾਟੀਆ ਹੈਗਾ ਤੇ ਮੈਂ ਦਿੱਲੀ ਦਾ ਹੀ ਹੈਗਾ। ਹਾਂਜੀ। ਤਾਂ ਕਿਉਂ ਆਏ ਹੋ ਇਸ ਮੂਵਮੈਂਟ ਦੇ ਨਾਲ, ਕਿਉਂ ਜੁੜੇ ਹੋ? ਦੇਖੋ, ਕੁਝ ਅਸੀਂ ਸਰਕਾਰ ਦੇ ਨਾਲ ਹੈਗੇ ਹਾਂ, ਬੀਜੇਪੀ ਵੀ ਸਹੀ ਹੈ, ਸਭ ਕੁਝ ਸਹੀ ਹੈ, ਪਰ ਸਾਡੀ ਜਿਹੜੀ ਸਭ ਤੋਂ ਵੱਡੀ ਡਿਮਾਂਡ ਹੈਗੀ ਕਿ ਡੈਮੋਕ੍ਰੇਸੀ ਨਹੀਂ ਮਰਨੀ ਚਾਹੀਦੀ। ਸਾਨੂੰ ਡੈਮੋਕ੍ਰੈਟਿਕ ਰਾਈਟਸ ਹੋਣੇ ਚਾਹੀਦੇ ਤੇ ਨਾਲੇ ਜਿਹੜੀ ਵੀ ਚੀਜ਼ਾਂ ਭਲੇ ਯੂਥ ਹੈਗਾ, ਅੱਜ ਯੂਥ ਨੂੰ ਸਾਨੂੰ ਵਧਾਉਣ ਦੀ ਲੋੜ ਹੈ, ਨਾ ਕਿ ਇੱਕ ਜਗ੍ਹਾ ਰੁਕਣ ਦੀ। ਤਾਂ ਯੂਥ ਨੂੰ ਅਸੀਂ ਸਪੋਰਟ ਕਰਨ ਆਏ ਹਾਂ, ਕਿਉਂਕਿ ਅਸੀਂ ਵੀ ਯੰਗ ਹੈਗੇ ਹਾਂ ਤੇ ਸਾਡੇ ਕੱਲ ਨੂੰ ਸਾਡੇ ਬੱਚੇ ਵੀ ਹੋਣਗੇ ਤੇ ਉਹਨਾਂ ਦਾ ਸਿਰਫ ਇੱਕ ਹੀ ਮੁੱਦਾ ਹੋਣਾ ਚਾਹੀਦਾ ਹੈ ਕਿ ਸਾਡਾ ਦੇਸ਼ ਬਚਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਹੱਕ ਵਿੱਚ ਜਿਹੜੀ ਵੀ ਚੀਜ਼ਾਂ ਹੈਗੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਭਾਈ ਤੁਹਾਨੂੰ ਕਿਉਂ ਲੱਗਦਾ ਹੈ ਅੰਦੋਲਨ ਹੀ ਜ਼ਰੂਰੀ? ਕਿਉਂਕਿ ਸੀਬੀਆਈ ਜਾਂਚ ਕਰ ਰਹੀ ਹੈ, ਸਰਕਾਰ ਆਪਣੇ ਲੈਵਲ ਤੇ ਜਿਹੜੇ ਕਾਰਵਾਈ ਕਰ ਰਹੀ ਹੈ, पेपर पहले भी लीक होंगे, क्यों है अंदोलन ही क्यों? अंदोलन एक तरीका है, यह पीसफुल अंदोलन है। एक होता है कि गलत अंदोलन पीसफुली लोग कर रहे हैं, और मैं भी रेकमेंड कोई भी गलत काम से ना पैण। पीस ਜਿਹੜੀ ਹੈਗੀ ਨਾ, ਇਹ ਆਪਣਾ ਪੀਸਫੁਲ ਅਗਰ ਹੋਏਗਾ ਤੇ ਉਹਦੇ ਨਾਲ ਕੀ ਹੋਏਗਾ ਕਿ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਇੱਕ ਮੈਸੇਜ ਆਏਗਾ ਕਿ ਅਸੀਂ ਹਾਲੇ ਡੈਮੋਕ੍ਰੇਸੀ ਦੇ ਇੱਥੇ ਖਾਸ ਬੜੀ ਤਰੀਕੇ ਦੇ ਨਾਲ ਇੱਥੇ ਕਿਹਾ ਜਾਂਦਾ
एक इमोशनल तो जिन्होंने खोया उनके लगता है ये वहाँ जो यहाँ पे लोग ला पाएंगे। वो तो है, हो कीजिए ना। गवर्नमेंट क्या करे, कुछ भी नहीं करे। इतने बच्चे सुसाइड कर रहे हैं, उनके जिम्मेदार कौन लेगा बताओ। और पेपर लीक हो रहा है, पेपर लीक नहीं हो रहा है, ये लीक करा रहा है, बिजनेस कर रहे हैं ना, पैसा बनवा, मतलब गलत तरीके से सरकार ये सब कर रहा है। तो वो प्रोटेस्ट तो होनी चाहिए, बहुत अच्छा कर रहा है। जो भी इनका इनिशिएटिव लिया बहुत अच्छा लिया, मैं उनके साथ हूँ। मैं तो बस बच्चों, जिन्होंने बच्चे खाए उनका पता है ना, इतने बड़े किया बच्चे को, इतने पैसा फीस दिया, पता है उनके मेंटल प्रेशर कितने रहते, यूपीएससी एग्जाम देते हैं जो बच्चे। तो बहुत अच्छा किया, जिन्होंने भी इनिशिएटिव लिया बहुत अच्छा किया, और ये सफल होके ही रहेगा। मेरा ऐसा अनुभव, मतलब इंटेंशन, मेरा इंट्यूशन ऐसा कहता है जे ये जरूर सफल होगा। ਥੈਂਕ ਯੂ ਮੈਮ। ਤਾਂ ਤੁਸੀਂ ਸੁਣਿਆ ਕਿ ਕਿਵੇਂ ਮੈਂ ਜਿਵੇਂ ਜ਼ਿਕਰ ਕਰ ਰਿਹਾ ਕਿ ਲੋਕਾਂ ਦੇ ਮਾਪੇ ਵੀ ਆਏ ਨੇ। ਮੈਂ ਕਹਾਂ ਇੱਕ ਵਾਰ ਤਸਵੀਰਾਂ ਦਿਖਾ ਦੇਣ ਪ੍ਰੋਟੈਸਟ ਦੀਆਂ, ਜਿਹੜਾ ਲਗਾਤਾਰ, ਕਿਉਂਕਿ ਅਲੱਗ-ਅਲੱਗ ਤਰ੍ਹਾਂ ਜਿਹੜਾ ਗਰੁੱਪਸ ਦੇ ਵਿੱਚ ਜਿਹੜੇ ਗਰੁੱਪਸ ਬਣਾ ਕੇ ਨਾਲ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ। ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋਗੇ ਕਿ ਕਿਵੇਂ ਤਰ੍ਹਾਂ ਇੱਥੇ ਬੈਨਰ ਲੈ ਕੇ, ਡਫਲੀ ਲੈ ਕੇ ਜਿਹੜਾ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਤਾਂ ਇੱਥੋਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਖਾਸ ਤੌਰ ਤੇ ਦੇਖੋ ਤੁਸੀਂ ਤਾਂ ਜਿਵੇਂ ਕਿ ਤੁਸੀਂ ਵੇਖ ਪਾ ਰਹੇ ਹੋ ਕਿ ਤਸਵੀਰਾਂ ਜਿਹੜਾ ਕਿ ਪ੍ਰੋਟੈਸਟ ਕੀਤਾ ਜਾ ਰਿਹਾ, ਕਿਵੇਂ ਤਰ੍ਹਾਂ ਲੋਕ ਜਿਹੜੇ ਇੱਥੇ ਪ੍ਰੋਟੈਸਟ कर रहे हैं। तो भाई साहब कहाँ से आए हो आप? मैं तो लुधियाना से आया हूँ। मैं पंजाब से आए हो? हाँ जी। पंजाबी बोलते हो? पंजाबी बहुत बोल लेता हूँ मैं। अच्छा, तो क्यों आए हो यहाँ पे? यहाँ पे मैं आया हूँ समर्थन करने के लिए कॉकरोच जनता पार्टी को, उसको सपोर्ट करने के लिए आया हूँ मैं जी। ठीक है, तो मैम आपने भी एग्जाम दिया है, आप यहाँ पे आए हो प्रोटेस्ट करने के लिए? हाँ जी। नीट का एग्जाम दिया था आपने? हाँ जी। तो क्या कहना चाहते हो कि आज इधर इतना बड़ा जो लीक हुआ है धर्मेंद्र प्रधान जी की वजह से हुआ है, रिजाइन करो प्लीज, इस्तीफा दीजिए। ਤਾਂ ਤੁਸੀਂ ਵੇਖਿਆ ਕਿ ਜੈਨਜ਼ੀ ਜਿਹੜੇ ਖੁਦ ਪ੍ਰੋਟੈਸਟਰ ਨੇ, ਜਿਨ੍ਹਾਂ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਕਰਕੇ ਲੀਕ ਹੋ ਰਿਹਾ ਹੈ, ਅਸਤੀਫਾ ਦਿਓ, ਹੋਰ ਕੋਈ ਸੋਲੂਸ਼ਨ ਨਹੀਂ। ਤਾਂ ਲਗਾਤਾਰ ਪ੍ਰੋਟੈਸਟ ਜਿਹੜਾ ਜੰਤਰ ਮੰਤਰ ਦੇ ਲਗਾਤਾਰ ਚੱਲ ਰਿਹਾ ਹੈਗਾ, ਔਰ ਲਗਾਤਾਰ ਤੁਹਾਨੂੰ ਪੀਟੀਸੀ ਤੋਂ ਗਰਾਊਂਡ ਜ਼ੀਰੋ ਤੋਂ ਜੰਤਰ ਮੰਤਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪ੍ਰਦਰਸ਼ਨ ਹੋ ਰਿਹਾ। ਮੈਂ ਕਾਸ਼ਦੀਪ ਸਿੰਘ, ਦਿੱਲੀ ਤੋਂ ਵੀਡੀਓ ਜਰਨਲਿਸਟ ਸ਼ੈਲਿੰਦਰ, ਪੀਟੀਸੀ ਨਿਊਜ਼ ਲਈ।